इस वीडियो विच गल करन जा रहे हाँ पड़नाव बारे। सब तो पहला पड़नाव की है? वो शब्द जो ना दी थां ते प्रयोग कीते हन उन्हां नूं पड़नाव कहा जाता है। उदाहरण वजों मेरा, तेरा, ओ, असीं, सानू आदि शब्द पड़नाव दीआं उदाहरणां हन। पड़नाव दी शब्द की की लोड़ है ਉਹ देखते हाँ। रवि मेरा दोस्त है। रवि के पिता डॉक्टर हैं। रवि के माता नर्स हैं। रवि मेरे नाल खेडदा है। रवि मेरे नाल स्कूल जाता है। तो इस तरह बोलना ठीक नहीं होवेगा अते सुनने वाले नूं भी ज़्यादा वधिया नहीं लगेगा। तो इसकी जगह जे आपां वरतदे हाँ रवि मेरा दोस्त है, उसके पिता डॉक्टर हैं, उसके माता नर्स हैं, ਅਸੀਂ ਇਕੱਠੇ ਖੇਡਦੇ ਹਾਂ, ਅਸੀਂ ਇਕੱਠੇ ਸਕੂਲ ਜਾਂਦੇ ਹਾਂ। ਤਾਂ ਇੱਥੇ ਵਾਰ-ਵਾਰ ਰਵੀ ਰਵੀ ਬੋਲਣ ਦੀ ਜਗ੍ਹਾ ਆਪਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਦੇ, ਅਸੀਂ। ਤਾਂ ਇਹ ਜਿਹੜੇ ਸ਼ਬਦ ਉਸ ਦੇ ਅਤੇ ਅਸੀਂ ਹਨ ਇਹ ਕੀ ਹਨ? ਪੜਨਾਵ ਸ਼ਬਦ ਹਨ। ਪੜਨਾਵ ਦੀਆਂ 6 ਕਿਸਮਾਂ ਹੁੰਦੀਆਂ ਹਨ। ਪੁਰਖਵਾਚਕ ਪੜਨਾਵ, ਨਿੱਜਵਾਚਕ ਪੜਨਾਵ, ਸੰਬੰਧਵਾਚਕ ਪੜਨਾਵ, ਪ੍ਰਸ਼ਨਵਾਚਕ ਪੜਨਾਵ, ਨਿਸ਼ਚੈਵਾਚਕ ਪੜਨਾਵ ਅਤੇ ਅਨਿਸ਼ਚੈਵਾਚਕ ਪੜਨਾਵ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੁਰਖਵਾਚਕ ਪੜਨਾਵ ਬਾਰੇ। ਜੋ ਸ਼ਬਦ ਕਿਸੇ ਪੁਰਖ ਦੇ ਨਾਂ ਦੀ ਥਾਂ 'ਤੇ ਪ੍ਰਯੋਗ ਕੀਤੇ ਜਾਣ ਉਹਨਾਂ ਨੂੰ ਪੁਰਖਵਾਚਕ ਪੜਨਾਵ ਕਿਹਾ ਜਾਂਦਾ ਹੈ। ਇਸ ਦੀਆਂ ਵੀ ਅੱਗੋਂ 3 ਕਿਸਮਾਂ ਹੁੰਦੀਆਂ ਹਨ। ਸਭ ਤੋਂ ਪਹਿਲੇ ਹੈ ਉੱਤਮ ਪੁਰਖ, ਦੂਸਰੀ ਹੈ ਮੱਧਮ ਪੁਰਖ ਅਤੇ ਤੀਸਰਾ ਹੈ अन्य पुरख। उत्तम पुरख ਜਿਹੜਾ ਵਿਅਕਤੀ ਗੱਲ ਕਰ ਰਿਹਾ ਹੋਵੇ ਉਸ ਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ। ਜਿਵੇਂ ਮੈਂ, ਮੇਰੇ, ਮੈਨੂੰ, ਅਸੀਂ, ਸਾਨੂੰ, ਸਾਡਾ, ਇਸ ਤਰ੍ਹਾਂ ਦੇ ਸ਼ਬਦ ਉੱਤਮ ਪੁਰਖ ਦੀਆਂ ਉਦਾਹਰਨਾਂ ਹਨ। ਦੂਸਰਾ ਹੈ ਜੀ ਸਾਡੇ ਕੋਲ ਮੱਧਮ ਪੁਰਖ। ਜਿਹੜਾ ਵਿਅਕਤੀ ਗੱਲ ਸੁਣ ਰਿਹਾ ਹੋਵੇ ਜਾਂ ਜਿਸ ਨਾਲ ਗੱਲ ਕੀਤੀ ਜਾ ਰਹੀ ਹੋਵੇ ਉਸ ਨੂੰ ਮੱਧਮ ਪੁਰਖ ਕਿਹਾ ਜਾਂਦਾ ਹੈ। ਜਿਵੇਂ ਤੂੰ, ਤੇਰਾ, ਤੈਨੂੰ, ਤੁਸੀਂ, ਤੁਹਾਨੂੰ, ਤੁਹਾਡੇ, ਇਸ ਤਰ੍ਹਾਂ ਦੇ ਸ਼ਬਦ ਮੱਧਮ ਪੁਰਖ ਪੜਨਾਵ ਲਈ ਵਰਤੇ ਜਾਂਦੇ ਹਨ। ਤੀਸਰਾ ਹੈ ਜੀ अन्य ਪੁਰਖ। ਜੇ ਤੀਜੇ ਵਿਅਕਤੀ ਬਾਰੇ ਗੱਲ ਕੀਤੀ ਜਾ ਰਹੀ ਹੋਵੇ ਉਸ ਨੂੰ अन्य ਪੁਰਖ ਕਿਹਾ ਜਾਂਦਾ ਹੈ। ਇਸ ਦੀ ਉਦਾਹਰਨ ਹੈ ਸਾਡੇ ਕੋਲ ਉਹ, ਉਹਨਾਂ, ਉਸਦੇ, ਉਸਦੀ, ਉਸਨੂੰ। ਇਹ ਸ਼ਬਦ अन्य ਪੁਰਖ ਦੀਆਂ ਉਦਾਹਰਨਾਂ ਹਨ। ਉਦਾਹਰਨ ਵਜੋਂ ਸੀਤਾ ਨੇ ਰਜਨੀ ਨੂੰ ਕਿਹਾ ਮੈਂ ਮਮਤਾ ਨੂੰ ਤੇਰੇ ਆਉਣ ਬਾਰੇ ਦੱਸਿਆ ਤਾਂ ਉਹ ਸੁਣ ਕੇ ਬਹੁਤ ਖੁਸ਼ ਹੋਈ। ਅੱਜ ਸਵੇਰ ਤੋਂ ਹੀ ਉਹ ਤੇਰੀ ਉਡੀਕ ਕਰ ਰਹੀ ਹੈ। ਇਸ ਵਾਕ ਵਿੱਚ ਸੀਤਾ ਅਤੇ ਰਜਨੀ ਦੋ ਲੜਕੀਆਂ ਆਪਸ ਵਿੱਚ ਗੱਲ ਕਰ ਰਹੀਆਂ ਹਨ। ਇੱਕ ਹੈ ਸੀਤਾ ਅਤੇ ਦੂਸਰੀ ਹੈ ਰਜਨੀ। ਠੀਕ ਹੈ। ਸੀਤਾ ਜਿਹੜੀ ਬੋਲ ਰਹੀ ਹੈ, ਬੋਲ ਕੇ ਦੱਸ ਰਹੀ ਹੈ ਰਜਨੀ ਨੂੰ, ਤੇ ਸੀਤਾ ਕੀ ਹੋਵੇਗੀ? ਉੱਤਮ ਪੁਰਖ। ਰਜਨੀ ਜਿਹੜੀ ਉਸਦੀਆਂ ਗੱਲਾਂ ਨੂੰ ਸੁਣ ਰਹੀ ਹੈ, ਰਜਨੀ ਕੀ ਹੋਵੇਗੀ? ਮੱਧਮ ਪੁਰਖ। ਅਤੇ ਉਹ ਜਿਸ ਕਿਸੇ ਤੀਸਰੀ ਲੜਕੀ ਬਾਰੇ ਗੱਲ ਕਰ ਰਹੀਆਂ ਹਨ ਉਹ ਕੀ ਹੈ ਸਾਡੇ ਕੋਲ? अन्य ਪੁਰਖ ਦੀ ਉਦਾਹਰਨ। ਠੀਕ ਹੈ ਜੀ। ਤੇ ਇਹਨਾਂ ਨੇ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਕਿ ਸੀਤਾ ਨੇ ਬੋਲਿਆ ਕਿ ਮੈਂ ਮਮਤਾ ਨੂੰ ਤੇਰੇ ਆਉਣ ਬਾਰੇ ਦੱਸਿਆ। ਮੈਂ ਸ਼ਬਦ ਕੀ ਹੈ? ਉੱਤਮ ਪੁਰਖ ਦੀ ਉਦਾਹਰਨ। ਮੈਂ ਮਮਤਾ ਨੂੰ ਤੇਰੇ ਆਉਣ ਬਾਰੇ ਦੱਸਿਆ। ਤੇਰੇ ਸ਼ਬਦ ਸਾਡੇ ਕੋਲ ਕੀ ਹੋਵੇਗਾ? ਤੇਰੇ ਸ਼ਬਦ ਰਜਨੀ ਜਿਹੜੀ ਕਿ ਉਸਦੀ ਗੱਲ ਨੂੰ ਸੁਣ ਰਹੀ ਹੈ ਉਸਦੇ ਲਈ ਵਰਤਿਆ ਗਿਆ ਹੈ। ਇਸ ਲਈ ਤੇਰੇ ਸ਼ਬਦ ਕੀ ਹੈ? ਮੱਧਮ ਪੁਰਖ। ਅਤੇ ਉਹ ਸੁਣ ਕੇ ਬਹੁਤ ਖੁਸ਼ ਹੋਈ। ਉਹ ਸ਼ਬਦ ਮਮਤਾ ਦੇ ਲਈ ਵਰਤਿਆ ਗਿਆ ਤੇ ਇਹ ਕੀ ਹੈ? अन्य ਪੁਰਖ। ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਨਿੱਜਵਾਚਕ ਪੜਨਾਵ ਬਾਰੇ। ਜਿਹੜਾ ਪੜਨਾਵ ਸ਼ਬਦ ਨਾਂਵ ਦੇ ਨਾਲ ਆ ਕੇ ਉਸ ਨਾਂਵ ਦੀ ਨਿੱਜਤਾ ਨੂੰ ਪ੍ਰਗਟ ਕਰੇ
ਉਹ ਕੀ ਹੈ? ਨਿੱਜਵਾਚਕ ਪੜ੍ਹਨਾਂਵ। ਜਿਵੇਂ ਆਪ, ਆਪਣਾ, ਆਪਸ, ਇਹ ਸ਼ਬਦ ਕੀ ਹਨ? ਨਿੱਜਵਾਚਕ ਪੜ੍ਹਨਾਂਵ ਦੀਆਂ ਉਦਾਹਰਨਾਂ ਹਨ। ਇੱਕ ਵਾਕ ਦੇਖਦੇ ਹਾਂ, ਮੈਂ ਆਪ ਉਸ ਦਾ ਖਿਆਲ ਰੱਖਾਂਗੀ। ਇਸ ਵਿੱਚ ਬੋਲਣ ਵਾਲਾ ਵਿਅਕਤੀ ਆਪਣੀ ਨਿੱਜੀ ਜ਼ਿੰਮੇਵਾਰੀ ਲੈ ਰਿਹਾ ਹੈ, ਨਿੱਜੀ ਜ਼ਿੰਮੇਵਾਰੀ ਸਮਝਦਾ ਹੋਇਆ ਕਹਿ ਰਿਹਾ ਹੈ ਕਿ ਮੈਂ ਆਪ ਉਸ ਦਾ ਖਿਆਲ ਰੱਖਾਂਗੀ। ਇਹ ਕੀ ਦਰਸਾ ਰਿਹਾ ਹੈ? ਉਸ ਦੀ ਨਿੱਜਤਾ ਨੂੰ ਦਰਸਾਉਂਦਾ ਹੈ, ਇਸ ਲਈ ਇਹ ਸ਼ਬਦ ਕੀ ਹੈ? ਨਿੱਜਵਾਚਕ ਪੜ੍ਹਨਾਂਵ। ਮੁੰਡੇ ਆਪਸ ਵਿੱਚ ਲੜ ਪਏ। ਇੱਥੇ ਵੀ ਆਪਸ ਸ਼ਬਦ ਕੀ ਹੋਵੇਗਾ? ਨਿੱਜਵਾਚਕ ਪੜ੍ਹਨਾਂਵ ਦੀ ਉਦਾਹਰਨ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਸੰਬੰਧਵਾਚਕ ਪੜ੍ਹਨਾਂਵ ਬਾਰੇ। ਜੋ ਸ਼ਬਦ ਨਾਂਵ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ ਹੀ ਦੋ ਵਾਕਾਂ ਦਾ ਸੰਬੰਧ ਵੀ ਜੋੜੇ, ਉਸ ਨੂੰ ਸੰਬੰਧਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਜੋ, ਸੋ, ਜਿਹੜਾ, ਜਿਸ, ਕਿਸੇ ਆਦਿ। ਇਸ ਵਾਕ ਵਿੱਚ ਜੋ ਕਰੇਗਾ ਸੋ ਭਰੇਗਾ। ਇਸ ਵਾਕ ਵਿੱਚ ਜੋ, ਸੋ ਸ਼ਬਦ ਸਾਡੇ ਸਾਹਮਣੇ ਕੀ ਹਨ? ਸੰਬੰਧਵਾਚਕ ਪੜ੍ਹਨਾਂਵ ਦੀ ਉਦਾਹਰਨ ਹੈ। ਅੱਗੇ ਹੈ ਜਿਹੜੇ ਮਿਹਨਤ ਕਰਦੇ ਹਨ ਉਹ ਜ਼ਰੂਰ ਸਫਲ ਹੁੰਦੇ ਹਨ। ਇਸ ਵਾਕ ਵਿੱਚ ਸੰਬੰਧਵਾਚਕ ਪੜ੍ਹਨਾਂਵ ਕੀ ਹੋਵੇਗਾ? ਜਿਹੜੇ ਸ਼ਬਦ ਕੀ ਹੈ? ਸੰਬੰਧਵਾਚਕ ਪੜ੍ਹਨਾਂਵ ਦੀ ਉਦਾਹਰਨ ਹੈ। ਇਸ ਤੋਂ ਬਾਅਦ ਸਾਡੇ ਕੋਲ ਹੈ ਪ੍ਰਸ਼ਨਵਾਚਕ ਪੜ੍ਹਨਾਂਵ। ਜਿਹੜਾ ਸ਼ਬਦ ਪੜ੍ਹਨਾਂਵ ਵੀ ਹੋਵੇ ਅਤੇ ਉਸ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਕੌਣ, ਕੀ, ਕਿਹੜਾ, ਕਿਸ ਦਾ, ਇਹ ਸ਼ਬਦ ਪ੍ਰਸ਼ਨਵਾਚਕ ਪੜ੍ਹਨਾਂਵ ਵਜੋਂ ਵਰਤੇ ਜਾਂਦੇ ਹਨ। ਸਾਡੇ ਕੋਲ ਉਦਾਹਰਨ ਹੈ ਬਾਹਰ ਕੌਣ ਖੜਾ ਸੀ? ਤੁਹਾਨੂੰ ਇਹ ਗੱਲ ਕਿਸ ਨੇ ਦੱਸੀ? ਇਹ ਪੈਨ ਕਿਸ ਦਾ ਹੈ? ਇਹਨਾਂ ਵਾਕਾਂ ਵਿੱਚ ਕੌਣ, ਕਿਸ ਨੇ, ਕਿਸ ਦਾ, ਇਹ ਸ਼ਬਦ ਕੀ ਹਨ? ਪ੍ਰਸ਼ਨਵਾਚਕ ਪੜ੍ਹਨਾਂਵ ਦੀਆਂ ਉਦਾਹਰਨਾਂ ਹਨ। ਅੱਗੇ ਹੈ ਜੀ ਨਿਸ਼ਚੈਵਾਚਕ ਪੜ੍ਹਨਾਂਵ। ਉਹ ਪੜ੍ਹਨਾਂਵ ਸ਼ਬਦ ਜੋ ਕਿਸੇ ਦੂਰ ਜਾਂ ਨੇੜੇ ਪਈ ਦਿਸ ਰਹੀ ਵਸਤੂ, ਵਿਅਕਤੀ, ਜੀਵ ਬਾਰੇ ਦੱਸੇ, ਉਸਨੂੰ ਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਇਹ, ਉਹ, ਇਹ ਸ਼ਬਦ ਕੀ ਹਨ? ਨਿਸ਼ਚੈਵਾਚਕ ਪੜ੍ਹਨਾਂਵ ਦੀਆਂ ਉਦਾਹਰਨਾਂ ਹਨ। ਇਹਨਾਂ ਦੀ ਵਰਤੋਂ ਆਪਾਂ ਇਸ ਤਰ੍ਹਾਂ ਕਰਦੇ ਹਾਂ, ਜਿਵੇਂ ਇਹ ਕਾਪੀ ਕਿਸ ਦੀ ਹੈ? ਠੀਕ ਹੈ, ਇਸ ਵਿੱਚ ਇਹ ਸ਼ਬਦ ਕੀ ਹੈ? ਨਿਸ਼ਚੈਵਾਚਕ ਪੜ੍ਹਨਾਂਵ ਦੀ ਉਦਾਹਰਨ ਹੈ। ਉਹ ਮੇਰਾ ਭਰਾ ਹੈ। ਇਸ ਵਾਕ ਵਿੱਚ ਉਹ ਸ਼ਬਦ ਕੀ ਹੈ? ਨਿਸ਼ਚੈਵਾਚਕ ਪੜ੍ਹਨਾਂਵ ਵਜੋਂ ਵਰਤਿਆ ਜਾ ਰਿਹਾ ਹੈ। ਪੜ੍ਹਨਾਂਵ ਦੀ 6ਵੀਂ ਕਿਸਮ ਸਾਡੇ ਕੋਲ ਹੈ ਅਨਿਸ਼ਚੈਵਾਚਕ ਪੜ੍ਹਨਾਂਵ। ਇਸ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਕਿਸੇ ਵਿਅਕਤੀ, ਜੀਵ, ਵਸਤੂ ਜਾਂ ਸਥਾਨ ਵੱਲ ਇਸ਼ਾਰਾ ਤਾਂ ਕਰੇ ਪਰ ਉਸ ਦਾ ਨਿਸ਼ਚਿਤ ਜਾਂ ਸਪਸ਼ਟ ਗਿਆਨ ਨਾ ਕਰਾਵੇ, ਉਸਨੂੰ ਅਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਜਿਵੇਂ ਕਈ, ਬਹੁਤ, ਕੁਝ, ਕੋਈ, ਹੋਰ, ਇਸ ਤਰ੍ਹਾਂ ਦੇ ਸ਼ਬਦ ਸਾਨੂੰ ਚੀਜ਼ ਵੱਲ ਇਸ਼ਾਰਾ ਤਾਂ ਕਰਦੇ ਹਨ ਪਰ ਉਸਦਾ ਨਿਸ਼ਚਿਤ ਜਾਣਕਾਰੀ ਸਾਨੂੰ ਇਹਨਾਂ ਤੋਂ ਨਹੀਂ ਮਿਲਦੀ, ਇਸ ਲਈ ਇਹਨਾਂ ਸ਼ਬਦਾਂ ਨੂੰ ਨਿਸ਼ਚੈਵਾਚਕ ਪੜ੍ਹਨਾਂਵ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਕਈ ਪੜ੍ਹਾਈ ਵਿੱਚ ਹੁਸ਼ਿਆਰ ਹੁੰਦੇ ਹਨ। ਕਈ ਸ਼ਬਦ ਕੀ ਹੈ? ਅਨਿਸ਼ਚੈਵਾਚਕ ਪੜ੍ਹਨਾਂਵ ਦੀ ਉਦਾਹਰਨ ਹੈ। ਕੁਝ ਬੱਚੇ ਪਾਠ ਯਾਦ ਕਰਕੇ ਨਹੀਂ ਆਉਂਦੇ। ਇਸ ਵਾਕ ਵਿੱਚ ਵੀ ਕੁਝ ਸ਼ਬਦ ਅਨਿਸ਼ਚੈਵਾਚਕ ਪੜ੍ਹਨਾਂਵ ਦੀ ਉਦਾਹਰਨ ਹੈ, ਕਿਉਂਕਿ ਇਸ ਰਾਹੀਂ ਸਾਨੂੰ ਇਹ ਤਾਂ ਪਤਾ ਲੱਗ ਰਿਹਾ ਹੈ ਕਿ ਬੱਚੇ ਪਾਠ ਯਾਦ ਕਰਕੇ ਨਹੀਂ ਆ ਰਹੇ, ਪਰ ਸਾਨੂੰ ਇਹ ਨਹੀਂ ਪਤਾ ਲੱਗ ਸਕਦਾ ਕਿ ਕਿੰਨੇ ਕੁ ਬੱਚੇ ਹਨ ਜਿਹੜੇ ਪਾਠ ਯਾਦ ਕਰਕੇ ਨਹੀਂ ਆ ਰਹੇ ਅਤੇ ਕਿੰਨੇ ਕੁ ਬੱਚੇ ਹਨ ਜਿਹੜੇ ਪਾਠ ਯਾਦ ਕਰਕੇ ਆ ਰਹੇ ਹਨ। ਕੁਝ ਸ਼ਬਦ ਵਰਤਿਆ ਗਿਆ ਹੈ ਜਿਸ ਰਾਹੀਂ, ਜੋ ਕਿ ਅਨਿਸ਼ਚੈਵਾਚਕ ਪੜ੍ਹਨਾਂਵ ਦੀ ਉਦਾਹਰਨ ਹੈ, ਜਿਸ ਰਾਹੀਂ ਕੁਝ ਵੀ ਨਿਸ਼ਚਿਤ ਜਾਂ ਸਪਸ਼ਟ ਗਿਆਨ ਪ੍ਰਾਪਤ ਨਹੀਂ ਹੁੰਦਾ। ਸੋ ਇਹ ਸੀ ਜੀ ਸਾਡੇ ਸਾਹਮਣੇ ਪੜ੍ਹਨਾਂਵ, ਉਸ ਦੀਆਂ ਕਿਸਮਾਂ ਅਤੇ ਉਦਾਹਰਨਾਂ।